ਸੋ ਭਲਿਓ ਮੇਰੀ ਤਰਫੋਂ, ਮੇਰੀ ਫੈਮਿਲੀ ਦੀ ਤਰਫੋਂ ਤੇ ਨੀਦਰਲੈਂਡ ਦੀ ਕਲੀਸਿਆ ਦੀ ਤਰਫੋਂ ਸਾਰੇ ਫੇਸਬੁੱਕ ਤੇ YouTube ਤੇ ਕਲਾਮ ਸੁਣਨ ਵਾਲਿਆਂ ਨੂੰ ਸਲਾਮ ਪਹੁੰਚੇ। ਉਸ ਦੀ ਸਲਾਮਤੀ ਤੁਹਾਡੇ ਉੱਤੇ ਹੋਵੇ, ਤੁਹਾਡੀ ਆਲ ਔਲਾਦ ਦੇ ਉੱਤੇ ਹੋਵੇ। ਸੋ ਭਲਿਓ ਸਲਾਮਤੀ ਦਾ ਸ਼ਹਿਜ਼ਾਦਾ ਹੈ ਤੇ ਆਓ ਫਿਰ ਉਹਦੀ ਸਲਾਮਤੀ ਨੂੰ ਆਪਣੇ ਉੱਤੇ ਲੈ ਲਈਏ। ਯਸਾਇਆ 26 ਬਾਬ 3 ਚ ਲਿਖਿਆ ਹੈ, ਜਿਸ ਦਾ ਦਿਲ ਕਾਇਮ ਹੈ ਤੂੰ ਉਸ ਨੂੰ ਸਲਾਮਤ ਰੱਖੇਂਗਾ। ਸੋ ਮੇਰੀ ਦੁਆ ਹੈ ਤੁਸੀਂ ਸਲਾਮਤ ਰਹੋ, ਤੁਹਾਡੀ ਆਲ ਔਲਾਦ ਸਲਾਮਤ ਰਵੇ, ਪਰ ਇਹਦੇ ਲਈ ਆਪਣੇ ਦਿਲ ਨੂੰ ਕਾਇਮ ਕਰਨਾ ਪਵੇਗਾ। ਜਦੋਂ ਕੋਈ ਬੰਦਾ ਆਪਣੇ ਦਿਲ ਨੂੰ ਫਿਰ ਕਾਇਮ ਕਰ ਜਾਂਦਾ ਹੈ ਤੇ ਉਹਨੂੰ ਸਲਾਮਤੀ, ਉਹਦੀ ਆਲ ਔਲਾਦ ਨੂੰ ਸਲਾਮਤੀ ਫਿਰ ਮਿਲ ਜਾਂਦੀ ਹੈ, ਕਿਉਂਕਿ ਉਹ ਆਪਣੇ ਆਪ ਨੂੰ ਕਾਇਮ ਕਰ ਜਾਂਦਾ ਹੈ। ਉਹਦੀਆਂ ਗੱਲਾਂ ਸਾਨੂੰ ਕਾਇਮ ਕਰਦੀਆਂ ਨੇ, ਦੁੱਖ ਮੁਸੀਬਤਾਂ ਜੇ ਖਤਮ ਕਰਦੀਆਂ ਨੇ, ਗਮ ਦੂਰ ਕਰਦੀਆਂ ਨੇ। ਤੇ ਜ਼ਬੂਰ 119 ਉਹਦੀ 28 ਐਤ ਨੂੰ ਪੜ੍ਹ ਲਵੋ। ਮਾਲੋ ਦੌਲਤ ਬੜਾ ਸੀ ਤੂੰ ਘੱਟ ਨਹੀਂ ਸੀ ਖੁਦਾ ਦੇ ਬੰਦਾ ਦਾਊਦ ਦੇ ਕੋਲ, ਪਰ ਕਹਿੰਦਾ ਗਮ ਦੇ ਮਾਰੇ ਮੇਰੀ ਜਾਨ ਘੁਲੀ ਜਾਂਦੀ ਹੈ। ਗਮ ਦੇ ਮਾਰੇ ਮੇਰੀ ਜਾਨ ਘੁਲੀ ਜਾਂਦੀ ਹੈ। ਆਪਣੇ ਕਲਾਮ ਦੇ ਮੁਤਾਬਕ, ਇਸ ਕਰਕੇ ਕਲਾਮ ਦੇ ਮੁਤਾਬਕ ਚੱਲੀਏ। ਆਪਣੇ ਕਲਾਮ ਦੇ ਮੁਤਾਬਕ ਮੈਨੂੰ ਤਕਵੀਅਤ ਹੈ। ਸੋ ਬੰਦਾ ਕੋਈ ਤਕਵੀਅਤ ਮੰਗਦਾ ਹੈ, ਫਿਰ ਕਹਿੰਦਾ ਹੈ ਕਿ ਗਮ ਦੇ ਮਾਰੇ, ਗਮ ਦੇ ਮਾਰੇ ਮੇਰੀ ਜਾਨ ਘੁਲੀ ਜਾਂਦੀ ਏ। ਆਪਣੇ ਕਲਾਮ ਦੇ ਮੁਤਾਬਕ ਮੈਨੂੰ ਤਕਵੀਅਤ ਹੈ। ਉਹ ਕਲਾਮ ਨੂੰ ਮੰਗਦਾ ਹੈ। ਸਾਨੂੰ ਕਲਾਮ ਚੰਗਾ ਨਹੀਂ ਲੱਗਦਾ, ਉਹ ਕਲਾਮ ਨੂੰ ਮੰਗਦਾ ਹੈ ਕਿ ਅਗਰ ਮੈਨੂੰ ਤਕਵੀਅਤ ਮਿਲ ਸਕਦੀ ਹੈ ਤੇ ਉਹਦੇ ਕਲਾਮ ਦੇ ਵਿੱਚੋਂ, ਕਿਉਂਕਿ ਜ਼ਬੂਰ 119 ਉਹਦੀ 105 ਚ ਲਿਖਿਆ ਹੈ। ਜ਼ਬੂਰ 119 ਉਹਦੀ 105 ਐਤ ਪੜ੍ਹ ਲਓ। ਕਲਾਮ ਬੰਦੇ ਦੇ ਕਦਮਾਂ ਲਈ ਚਿਰਾਗ, ਰਾਹ ਲਈ ਰੋਸ਼ਨੀ, ਚੰਗੀ ਮਾੜੀ ਗੱਲ ਦੀ ਪਹਿਚਾਨ ਖੁਦਾ ਦਾ ਕਲਾਮ ਕਰਵਾਉਂਦਾ ਹੈ। ਅਸੀਂ ਭੁੱਲੇ ਰਹਿੰਦੇ ਹਾਂ, ਅਸੀਂ ਭੁੱਲੇ ਰਹਿੰਦੇ ਹਾਂ ਤੇ ਆਪਣੇ ਘਰਾਂ ਦੇ ਵਿੱਚ ਬਲਾਵਾਂ ਨੂੰ ਵਾੜ ਛੱਡਨੇ, ਬਲਾਵਾਂ ਨੂੰ ਬਲਾਵਾਂ ਵੀ ਕਦੀ ਕਿਸੇ ਨੂੰ ਫਾਇਦਾ ਦਿੱਤਾ? ਇਸ ਕਰਕੇ ਕਲਾਮ ਨੂੰ ਜ਼ਰੂਰਤ ਹੈ ਦੇਖਣ ਦੀ। ਅਮਸਾਲ 27 ਬਾਬ 12 ਚ ਲਿਖਿਆ, ਹੁਸ਼ਿਆਰ ਬੰਦਾ ਬਲਾ ਨੂੰ ਦੇਖ ਕੇ ਛਿਪ ਜਾਂਦਾ ਹੈ, ਪਰ ਅਸੀਂ ਘਰਾਂ ਦੇ ਵਿੱਚ ਉਹਨਾਂ ਬਲਾਵਾਂ ਨੂੰ ਵਾੜਿਆ ਹੋਇਆ ਹੈ। ਉਹ ਬਲਾਵਾਂ ਸਾਡੀਆਂ ਨਸਲਾਂ ਖਾਈ ਆਉਂਦੀਆਂ ਨੇ, ਸਾਨੂੰ ਹੋਸ਼ ਹੀ ਕੋਈ ਨਹੀਂ।
ਔਰ ਇਹਨਾਂ ਬਲਾਵਾਂ ਤੋਂ ਜ਼ਰੂਰਤ ਹੈ। ਔਰ ਇਹ ਬਲਾਵਾਂ ਪੌਲੁਸ ਰਸੂਲ ਰੋਮੀਓ 16 ਬਾਬ 17 ਐਤ ਦੇ ਵਿੱਚ ਦੱਸਦਾ ਹੈ ਕਿ ਇਹ ਬਲਾਵਾਂ ਕਿਹੜੀਆਂ ਨੇ। ਇਹ ਲੋਕ ਬਲਾਵਾਂ ਨੇ। ਲਿਖਿਆ ਜਿਹੜੇ ਲੋਕ ਰਸੂਲ ਕਹਿੰਦਾ ਇਸ ਤਾਲੀਮ ਦੇ ਬਰਖਲਾਫ, ਯਾਨੀ ਬਾਈਬਲ ਦੀ ਤਾਲੀਮ ਦੇ ਬਰਖਲਾਫ ਫੁੱਟ ਪੜਨ ਤੇ ਠੋਕਰ ਖਾਣ ਦਾ ਬਾਇਸ ਬਣਦੇ ਨੇ, ਕਹਿੰਦਾ ਉਹਨਾਂ ਨੂੰ ਤਾੜ ਲਿਆ ਕਰੋ, ਉਹਨਾਂ ਤੋਂ ਕਿਨਾਰਾ ਕਰਿਆ ਕਰੋ। ਫਿਰ ਆਖਿਆ 18 ਚ ਇਸ ਤਰ੍ਹਾਂ ਦੇ ਲੋਕ ਖੁਦਾਵੰਦ ਯਿਸੂ ਮਸੀਹ ਦੀ ਨਹੀਂ ਬਲਕਿ ਪੇਟ ਦੀ ਖਿਦਮਤ ਕਰਦੇ ਨੇ। ਇਹ ਬਲਾਵਾਂ ਪੇਟ ਦੀ ਖਿਦਮਤ ਕਰਨ ਵਾਲੇ ਉਹ ਲੋਕ ਨੇ, ਕਿਉਂਕਿ ਲਿਖਿਆ ਜਿਹੜੇ ਲੋਕ ਇਸ ਤਾਲੀਮ ਯਾਨੀ ਅੰਜੀਲ ਦੀ ਤਾਲੀਮ ਦੇ ਬਰਖਲਾਫ ਫੁੱਟ ਪੜਨ ਤੇ ਠੋਕਰ ਖਾਣ ਦਾ ਬਾਇਸ ਬਣਦੇ ਨੇ, ਉਹਨਾਂ ਨੂੰ ਤਾੜ ਲਿਆ ਕਰੋ, ਉਹਨਾਂ ਤੋਂ ਕਿਨਾਰਾ ਕਰੋ। ਇਸ ਤਰ੍ਹਾਂ ਦੇ ਲੋਕ ਖੁਦਾਵੰਦ ਯਿਸੂ ਮਸੀਹ ਦੀ ਨਹੀਂ ਬਲਕਿ ਪੇਟ ਦੀ ਖਿਦਮਤ ਕਰਦੇ ਨੇ ਤੇ ਚਿਕਨੀ ਚੁਪੜੀ ਗੱਲਾਂ ਦੇ ਨਾਲ। ਖੁਦਾਵੰਦ ਦੀਆਂ ਗੱਲਾਂ ਚਿਕਨੀਆਂ ਚੁਪੜੀਆਂ ਨਹੀਂ। ਅਮਸਾਲ ਦੀ ਕਿਤਾਬ 8 ਬਾਬ ਤੇ 8 ਐਤ ਨੂੰ ਪੜ੍ਹ ਲਓ। ਖੁਦਾ ਸਿੱਧੀਆਂ ਸਿੱਧੀਆਂ ਗੱਲਾਂ ਕਰਦਾ ਹੈ। ਲਿਖਿਆ ਮੇਰਾ ਕਲਾਮ ਸਿੱਧਾ ਨਿਦਰਾ ਪੱਧਰਾ ਹੈ। ਅਮਸਾਲ 8 ਬਾਬ 8 ਐਤ ਨੂੰ ਪੜ੍ਹ ਲਓ। ਲਿਖਿਆ ਇਹਦੇ ਵਿੱਚ ਕੋਈ ਟੀੜਾ ਤੁਰਛਾ ਨਹੀਂ ਜਿਹੜਾ ਸਮਝ ਚ ਨਹੀਂ ਆਉਂਦਾ। ਸੋ ਖੁਦਾਵੰਦ ਦਾ ਕਲਾਮ ਟੀੜਾ ਤੁਰਛਾ ਨਿਗਾ ਜਿਹੜਾ ਸਮਝ ਚ ਨਹੀਂ ਆਉਂਦਾ। ਪਰ ਬਲਾਵਾਂ ਲੋਕ ਲਿਖਿਆ ਹੈ ਇਹਨਾਂ ਤੋਂ ਕਿਨਾਰਾ ਕਰਿਓ। ਇਸ ਤਰ੍ਹਾਂ ਦੇ ਲੋਕ ਖੁਦਾਵੰਦ ਯਿਸੂ ਮਸੀਹ ਦੀ ਨਹੀਂ ਬਲਕਿ ਪੇਟ ਦੀ ਖਿਦਮਤ ਕਰਦੇ ਨੇ ਤੇ ਚਿਕਨੀ ਚੁਪੜੀ ਗੱਲਾਂ ਦੇ ਨਾਲ ਸਾਦਾ ਦਿਲਾਂ ਨੂੰ ਬਹਕਾਉਂਦੇ ਨੇ। ਬਹਕਾਉਣ ਵਾਲੇ ਲੋਕ ਹੀ ਬਲਾਵਾਂ ਨੇ। ਬਹਕਾਉਣ ਵਾਲੇ ਲੋਕ, ਘਰਾਂ ਦੀ ਤਬਾਹੀ ਮਚਾਉਣ ਵਾਲੇ ਲੋਕ ਹੀ ਬਲਾਵਾਂ ਨੇ। ਇਸ ਕਰਕੇ ਬਲਾਵਾਂ ਤੋਂ ਖੁਦ ਬਚਣਾ ਹੈ, ਆਪਣੀਆਂ ਨਸਲਾਂ ਨੂੰ ਬਚਾਉਣਾ ਹੈ। ਤੇ ਕਲਾਮ ਕਦਮਾਂ ਲਈ ਚਿਰਾਗ ਤੇ ਰਾਹ ਲਈ ਰੋਸ਼ਨੀ ਹੈ। ਤੇ ਮਕਾਸ਼ਵਾ 1 ਬਾਬ ਸੋ 3 ਐਤ ਨੂੰ ਪੜ੍ਹ ਲਓ। ਲਿਖਿਆ ਹੈ ਕਦਮਾਂ ਲਈ ਚਿਰਾਗ ਹੈ, ਰਾਹ ਲਈ ਰੋਸ਼ਨੀ ਹੈ। ਕਲਾਮ ਕਦਮਾਂ ਲਈ ਚਿਰਾਗ ਹੈ, ਰਾਹ ਲਈ ਰੋਸ਼ਨੀ ਹੈ। ਇਸ ਕਰਕੇ ਲਿਖਿਆ ਮਕਾਸ਼ਵਾ 1 ਬਾਬ ਤੇ ਨੈਚ ਕਿ ਤੂੰ ਇਸ ਨਬੂਵਤ ਦੀ ਕਿਤਾਬ ਨੂੰ ਪੜ੍ਹੀ। ਤੂੰ ਇਸ ਨਬੂਵਤ ਦੀ ਕਿਤਾਬ ਨੂੰ ਪੜ੍ਹੀ, ਇਸ ਨੂੰ ਸੁਣੀ ਤੇ ਜੋ ਕੁਝ ਇਹਦੇ ਵਿੱਚ ਲਿਖਿਆ ਮਿਲਦਾ ਹੈ ਉੱਤੇ ਅਮਲ ਕਰੀ। ਤੈਨੂੰ ਬਲਾਵਾਂ ਵੀ ਨਜ਼ਰ ਆਉਣਗੀਆਂ, ਤੈਨੂੰ ਪੇਟੂ ਚਰਵਾਏ ਵੀ ਨਜ਼ਰ ਆਉਣਗੇ, ਤੈਨੂੰ ਬਗਿਆੜ ਵੀ ਦਿਖਣਾ ਸ਼ੁਰੂ ਹੋ ਜਾਣਗੇ, ਕਿਉਂਕਿ ਇਨਸਾਨ ਦੀਆਂ ਫਿਰ ਰੂਹਾਨੀ ਅੱਖਾਂ ਖੁੱਲ ਜਾਂਦੀਆਂ ਹੈ ਔਰ ਬੰਦੇ ਦਾ ਦਿਲ ਕਾਇਮ ਹੋ ਜਾਂਦਾ ਏ। ਉਹ ਫਿਰ ਆਪ ਬਚਦਾ ਏ, ਆਪਣੀਆਂ ਨਸਲਾਂ ਨੂੰ ਬਚਾਉਂਦਾ ਏ। ਖੁਦਾਵੰਦ ਯਿਸੂ ਮਸੀਹ ਨੇ ਮੱਤੀ ਦੀ ਅੰਜੀਲ 7 ਬਾਬ 15 ਐਤ ਤੋਂ ਪੜ੍ਹੋ ਤੇ ਲਿਖਿਆ ਮਿਲਦਾ ਏ ਝੂਠੇ ਨਬੀਆਂ ਤੋਂ ਖਬਰਦਾਰ ਰਹਿਓ। ਝੂਠੇ ਨਬੀਆਂ ਤੋਂ ਖਬਰਦਾਰ ਰਹਿਓ। ਇਹ ਤੁਹਾਡੇ ਕੋਲ ਭੇਡਾਂ ਦੇ ਭੇਸ ਵਿੱਚ ਆਉਂਦੇ ਨੇ। ਇਹ ਤੁਹਾਡੇ ਕੋਲ ਭੇਡਾਂ ਦੇ ਭੇਸ ਵਿੱਚ ਆਉਂਦੇ ਨੇ, ਪਰ ਬਾਤਨ ਚ ਅੰਦਰੋਂ ਫੜਨ ਵਾਲੇ ਭੇੜੀਏ ਨੇ। ਇਹਨਾਂ ਦੇ ਫਲਾਂ ਤੋਂ ਤੁਸੀਂ ਇਹਨਾਂ ਨੂੰ ਪਛਾਣੋਗੇ। ਔਰ ਫਲ ਕੀ ਹੈ? ਇਹਨਾਂ ਦੇ ਕੰਮ ਨੇ। ਜੇ ਤੇ ਖੁਦਾ ਦੇ ਕੰਮ ਦੇ ਚ ਅਫਜ਼ਾਇਸ਼ ਕਰਦੇ ਨੇ
ਤੇ ਬਹੁਤ ਅੱਛੀ ਗੱਲ। ਤੇ ਜੇ ਖੁਦਾ ਦੇ ਕੰਮ ਨੂੰ ਬਰਬਾਦ ਕਰਨ ਲਈ ਆਏ ਨੇ ਤੇ ਜ਼ਰੂਰੀ ਹੈ। ਉਸਦੇ ਪੁੱਤਰ ਨੇ ਮੱਤੀ 7:15 ਚ ਆਖਿਆ, ਖਬਰਦਾਰ ਰਿਓ। ਫਿਰ ਜ਼ਰੂਰਤ ਹੈ ਕਿ ਅਸੀਂ ਖਬਰਦਾਰ ਰਹੀਏ। ਜਿਹੜੇ ਭੇਡਾਂ ਦੀ ਸੂਰਤ ਦੇ ਵਿੱਚ ਭੇੜੀਏ ਆ ਗਏ ਨਹੀਂ। ਇਮਾਲ ਦੀ ਕਿਤਾਬ 20 ਬਾਬ ਜਿਸਲੇ 28 ਐਤ ਤੋਂ ਪੜ੍ਹਦੇ ਆ ਤੇ ਰਸੂਲ ਵੀ ਤੇ ਇਹੋ ਹੀ ਗੱਲ ਕਹਿੰਦਾ ਹੈ, ਕਿਉਂਕਿ ਰਸੂਲ ਮਸੀਹ ਦਾ ਏਲਚੀ ਹੈ। ਦੂਸਰਾ ਕਰੰਥੀਓ 5 ਬਾਬ 20 ਐਤ ਨੂੰ ਪੜ੍ਹੋ। ਤੋ ਏਲਚੀ ਹੋਣ ਦੇ ਹਿਸਾਬ ਦੇ ਨਾਲ ਮੈਨੂੰ ਤੁਹਾਨੂੰ ਅੱਜ ਸਭ ਲੋਕਾਂ ਨੂੰ ਇਹ ਕਹਿੰਦਾ ਹੈ ਕਿ ਤੂੰ ਆਪਣੀ ਗੱਲੇ ਦੀ ਖਬਰਗਿਰੀ ਤੂੰ ਕਰਨੀ ਹੈ, ਤੂੰ ਪਛਾਣ ਕਰਨੀ ਹੈ। ਕਿਤੇ ਤੇਰੇ ਘਰ ਵਿੱਚ ਭੇਡ ਦੇ ਰੂਪ ਵਿੱਚ ਭੇੜੀਆ ਤੇ ਨਹੀਂ ਆਉਂਦਾ। ਖੁਦਾ ਦਾ ਬੰਦਾ ਮੁਕੱਦਸ ਯਹੋਨਾ ਨੇ 3 ਖਤ ਲਿਖੇ ਨੇ, ਤੇ ਜਿਸ ਵੇਲੇ ਦੂਸਰਾ ਖਤ ਲਿਖਿਆ ਤੇ ਉਸਦਾ ਇੱਕੋ ਹੀ ਬਾਬ ਹੈ। 8 ਐਤ ਦੇ ਵਿੱਚ ਆਖਿਆ, ਜਿਹੜਾ ਕੋਈ ਅੱਗੇ ਵੱਧ ਜਾਂਦਾ ਹੈ, ਜਿਹੜਾ ਕੋਈ ਅੱਗੇ ਵੱਧ ਜਾਂਦਾ ਹੈ ਤੇ ਮਸੀਹ ਦੀ ਤਾਲੀਮ ਉੱਤੇ ਕਾਇਮ ਨਹੀਂ ਰਹਿੰਦਾ, ਕਿਉਂਕਿ ਉਹ ਬੰਦਾ ਅੱਗੇ ਵੱਧ ਗਿਆ ਹੈ। ਜਿਹੜਾ ਕੋਈ ਅੱਗੇ ਵੱਧ ਜਾਂਦਾ ਹੈ ਤੇ ਮਸੀਹ ਦੀ ਤਾਲੀਮ ਉੱਤੇ ਕਾਇਮ ਨਹੀਂ ਰਹਿੰਦਾ, ਉਹਦੇ ਕੋਲ ਨਾ ਬਾਪ ਹੈ ਨਾ ਬੇਟਾ ਹੈ। ਤੇ ਅਗਰ ਕੋਈ ਆਵੇ ਤੇ ਫਿਰ ਉਹ ਤਾਲੀਮ ਜਿਹੜੀ ਅੰਜੀਲ ਦੀ ਹੈ, ਕਿਉਂਕਿ ਬੇਟੇ ਨੇ ਮਰਕਸ ਦੀ ਅੰਜੀਲ 16 ਬਾਬ 14 ਤੋਂ ਪੜ੍ਹੋ। ਸ਼ਾਗਿਰਦ 11 ਰਹਿ ਗਏ ਸੀ, 12ਵਾਂ ਫਾਹਾ ਲੈ ਗਿਆ ਸੀ। ਇਹ ਮੌਤ, ਕਬਰ, ਸਲੀਬ ਤੋਂ ਫਤਹ ਪਾਉਣ ਤੋਂ ਬਾਅਦ ਦੀ ਗੱਲ ਹੈ, ਕਿਉਂਕਿ ਸ਼ਾਗਿਰਦ 11 ਰਹਿ ਗਏ ਸੀ, ਖਾਣਾ ਖਾਣ ਬੈਠੇ ਸੀ। ਉਹਨਾਂ ਦੇ ਵਿੱਚ ਚਲਾ ਗਿਆ ਹੈ ਤੇ ਲਿਖਿਆ ਉਹਨਾਂ ਨੂੰ ਮਲਾਮਤ ਕੀਤੀ ਤੇ ਮਲਾਮਤ ਕਰਕੇ ਆਖਿਆ ਕਿ ਉੱਠੋ, ਸਾਰੀ ਖਲਕ ਦੇ ਸਾਹਮਣੇ ਅੰਜੀਲੀ ਮਨਾਦ ਬਣੋ। ਸਾਰੀ ਖਲਕ ਦੇ ਸਾਹਮਣੇ ਅੰਜੀਲੀ ਮਨਾਦ, ਅੰਜੀਲ ਦੀ ਮਨਾਦੀ ਕਰਿਓ। ਹੁਣ ਕੋਈ ਅੰਜੀਲ ਤੋਂ ਅੱਗੇ ਵੱਧ ਜਾਂਦਾ ਹੈ। ਲਿਖਿਆ ਜਿਹੜਾ ਕੋਈ ਅੱਗੇ ਵੱਧ ਜਾਂਦਾ ਹੈ, ਮਸੀਹ ਦੀ ਤਾਲੀਮ ਉੱਤੇ ਕਾਇਮ ਨਹੀਂ ਰਹਿੰਦਾ, ਉਹਦੇ ਕੋਲ ਨਾ ਬਾਪ ਹੈ ਨਾ ਬੇਟਾ ਹੈ। ਤੇ ਅਗਰ ਕੋ ਆਵੇ ਤੇ ਉਹ ਤਾਲੀਮ ਅੰਜੀਲ ਦੀ ਨਾ ਦੇਵੇ, ਉਸਨੂੰ ਘਰ ਚ ਨਾ ਆਉਣ ਦਿਓ, ਨਾ ਉਹਨੂੰ ਸਲਾਮ ਕਰਿਓ, ਕਿਉਂਕਿ ਉਹ ਚੰਗਾ ਕੰਮ ਨਹੀਂ ਕਰਦਾ ਬਲਕਿ ਬੁਰਾ ਕੰਮ ਕਰਦਾ ਹੈ। ਬੁਰਾ ਕੰਮ ਤੇ ਲਿਖਿਆ, ਤੁਸੀਂ ਉਸ ਦੇ ਬੁਰੇ ਕੰਮਾਂ ਦੇ ਵਿੱਚ ਸ਼ਰੀਕ ਨਾ ਹੋਇਓ, ਕਿਉਂਕਿ ਉਹ ਮਸੀਹ ਦੀ ਤਾਲੀਮ ਤੋਂ ਅੱਗੇ ਵੱਧ ਗਿਆ ਹੈ। ਉਹੀ ਭੇਡ ਦੇ ਰੂਪ ਵਿੱਚ ਭੇੜੀਆ ਤੁਹਾਡੇ ਘਰ ਆ ਗਿਆ ਹੈ। ਬਾਈਬਲ ਦੱਸਦੀ ਉਹਨੂੰ ਘਰ ਨਾ ਵੜਨ ਦਿਓ। ਸਾਡੀਆਂ ਮੁਹੱਬਤਾਂ ਹੀ ਨਹੀਂ ਟੁੱਟਦੀਆਂ ਦਾਦੇ ਪੜਦਾਦੇ ਤੋਂ। ਸਾਡੇ ਪੇ ਦਾਦੇ ਦੀ ਮਿਸ਼ਨ ਹੈ, ਕੋਈ ਗੱਲ ਨਹੀਂ, ਜੇ ਭੇੜੀਏ ਤੇ ਫਿਰ ਕੀ ਹੈ। ਮੈਂ ਬੜੇ ਕਮਜ਼ੋਰ ਜਿਹੇ ਪਰਿੰਦਿਆਂ ਨੂੰ ਵੇਖਿਆ, 2 ਨੂੰ, ਕੁਝ ਸਾਲ ਹੋ ਗਿਆ। ਉਦੋਂ ਫੇਸਬੁੱਕ ਉੱਤੇ ਟਟੋਲੀ, ਜਿਹਨੂੰ ਟਟੀਰੀ ਵੀ ਕਹਿ ਦਿੰਦੇ ਆ, ਆਪਣੇ ਆਂਡਿਆਂ ਤੇ ਬੈਠੀ ਹੈ ਤੇ ਬੜਾ ਵੱਡਾ ਟਰੈਕਟਰ ਜਿਹੜਾ ਨਾ, ਉਹਦੇ ਪਿੱਛੇ ਡਿਸਕਾਂ ਲੱਗੀਆਂ ਹੋਈਆਂ ਨੇ ਤੇ ਉਹ ਹਲ ਵਾਹੁੰਦਾ ਫਿਰ ਉਸ ਪਰਿੰਦੇ ਦੇ ਕੋਲ ਆਇਆ। ਪਰਿੰਦਾ ਬੈਠਾ ਹੈ, ਉੱਡਿਆ ਹੀ ਨਹੀਂ ਆਪਣੇ ਆਂਡਿਆਂ ਤੋਂ। ਉਹਨੇ ਟਰੈਕਟਰ ਉੱਤੇ ਚੜਾ ਕੇ ਆਸਤਾ, ਕਿਉਂਕਿ ਟਰੈਕਟਰ ਤਾਂ ਕਾਫੀ ਉੱਚਾ ਹੁੰਦਾ ਹੈ, ਉਹਦੇ ਟਾਇਰ
परिंदा बैठा है, हल कोल आंदे ने, बिल्कुल नजदीक आंदे ने कि हुण ही उठ जाए, पर वो परिंदा नहीं उठिया। फिर उन्हें हल चुक लेने, अगली जगह उन्हें फिर वाई। इसी तरह थोड़े दिन हो गए, फिर उस तरह एक परिंदा ट्रैक्टर उहदे लाउण डिया, क्योंकि वो जमीन उत्ते अंड दिंदी है ये परिंदा। असी इन्हां दे निक्के निक्के बच्चे भी वेखे ने पाकिस्तान दे विच। गर्मियां दे दिनां च इन्हां दे बच्चे निकलदे जदों वाढियां हुंदियां ने, क्योंकि वाढियां दे विच इन्हां दे बच्चे वेखे छोटे छोटे। सो पर वो परिंदा इस तरह ट्रैक्टर वाल पर फैलाउंदा कि जिद्दां ट्रैक्टर नूं तबाह कर देना कि ये मेरे हल नूं क्यों तुरिया आउंदा। हालांकि आंडे ने बड़ा फड़फड़ाउंदा है ते उत्ते ही आंडियां दी खड़ा है, जिद्दां हमला करना है। ट्रैक्टर आस्ता आस्ता दे उत्ते आया, नहीं उड्डिया। असी कैसे लोग, साडे भेड़ां दे रूप विच भेड़िए घरां च आउंदे ने, और खुशी खुशी असी कलाम दी मुखालफत करके, कलाम नूं रद्द करके, तरक करके भेड़ां दे अगे, जिहड़े भेड़ां दी रूप दे विच भेड़िए आउंदे ने, उन्हां दे अगे अपने बच्चे पा दिन्ने आ, खा जाओ, निगल जाओ। हालांकि गज़लो गुज़लात 2 बाब 14 च लिखिया है, मेरी कबूतरी। खुदा दे लफज बड़े प्यारे ने, हुण को मन लवे या ना मने, क्योंकि यसाया 48 बाब 4 च लिखिया है, खुदा कहंदा है मैं जानना है कि तू जिद्दी है, जिद्दी है। हालांकि खुदा दा बेटा मत्ती 7 बाब 15 च कहंदा है, झूठे नबियां तो खबरदार रेओ। लेकिन यसाया 48 बाब 4 च लिखिया है, खुदा कहंदा मैं जानना है तू जिद्दी है, तेरी गर्दन दा पट्ठा लोहे दा है, तेरी पछानी पित्तल दी। असी जिद विच अपनियां नस्लां भेड़ियां दे अगे पा के बपतिस्मे दवा के मुजरम बना देने। जिद नहीं छड़ते, नस्लां तबाह कर जाने। पहला तिमोथी 4 बाब 16 च लिखिया, बंदिया तू अपनी ते अपनी तलीम दी अपनी शनाख्त कर, मैं कौन। अगर मसीह है तो सानू ते मसीह दे पिछे चलना, उहदी गल नूं मनना, क्योंकि गज़लो गुज़लात 2 बाब 14 च लिखिया, मेरी कबूतरी। वो जिद छड्डिए, उहदे लफाज है मेरी कबूतरी, तू जिहड़ी चट्टानां दे दराड़ां ते कराड़ियां च छिप गई है, इन्हां झूठियां तंजीमां ने तेनू दबा लिया और तेरी तबाही मचाती, तेरा खानदान तबाह कर दिता, नस्ल दर नस्ल। और तू बजाए कि खुदा दी इबादत करदा, ताकि रोटी पानी ते भी बरकत आउंदा, बीमारियां भी घरां च जांदियां। मत्ती 23 बाब 15 च लिखिया, तू ते मरीदी ना छड्डी, ये तेरा पीर बने रहे, तुसी इन्हां दे मरीद बने रहे, और ये भेड़ां दे रूप विच भेड़िए तुहाडे पीर बने रहे, क्योंकि ये तरी ते खुशकी दा दौर करदे रहे, तुहानू कहानियां सुणाउंदे रहे, बजाए कि कलाम सुणाउंदे, ये कहानियां सुणाउंदे रहे। हालांकि तीतस पहला बाब 14 च लिखिया है, यहूदियां दियां कहानियां ते इन्हां बंदियां दे हुक्मां ते अमल ना करियो, इहो ही ओह तुहानू हक तो गमराह करदे ने।
ਔਰ ਖੁਦਾਵੰਦ ਯਿਸੂ ਮਸੀਹ ਨੇ ਆਖਿਆ ਇਹ ਤੁਹਾਡੇ ਪੀਰ ਬਣ ਗਏ, ਤੁਸੀਂ ਇਹਨਾਂ ਦੇ ਮਰੀਦ ਬਣ ਗਏ ਤੇ ਤੁਹਾਨੂੰ ਆਪਣੇ ਤੋਂ ਦੁੱਗਣਾ ਜਹੰਨਮ ਦਾ ਫਰਜ਼ੰਦ ਬਣਾ ਦੇਣਗੇ। ਇਸੇ ਕਰਕੇ ਬਾਈਬਲ 'ਚ ਗਜ਼ਲ ਗਜ਼ਲਾ 2 ਬਾਬ 14 ਦੇ ਵਿੱਚ ਆਵਾਜ਼ ਹੈ, ਮੇਰੀ ਕਬੂਤਰੀ ਤੂੰ ਜਿਹੜੇ ਚਟਾਨਾਂ ਦੇ ਦਰਾੜਾਂ ਤੇ ਕੁਰਾੜਾਂ ਦੇ ਵਿੱਚ ਛਿਪ ਗਈ ਹੈ, ਬਾਹਰ ਨਿਕਲ, ਮੈਨੂੰ ਆਪਣੀ ਆਵਾਜ਼ ਸੁਣਾ, ਮੈਨੂੰ ਆਪਣਾ ਚਿਹਰਾ ਵਿਖਾ, ਤੂੰ ਬਹੁਤ ਖੂਬਸੂਰਤ ਹੈ, ਬਾਹਰ ਨਿਕਲ, ਛੱਡ ਇਸ ਜਗ੍ਹਾ ਨੂੰ, ਇਹਨਾਂ ਦਾ ਖਹਿੜਾ ਛੱਡ ਦੇ। ਤੇ 15 ਚ ਕਹਿੰਦਾ ਏ, ਮੇਰੇ ਲਈ ਲੂੰਬੜੀਆਂ ਨੂੰ ਫੜ, ਇਹਨਾਂ ਲੂੰਬੜੀ ਬੱਚਿਆਂ ਨੂੰ ਜਿਨ੍ਹਾਂ ਪਾਕਿਸਤਾਨ ਤਬਾਹ ਕਰ ਦਿੱਤਾ ਹੈ, ਸਾਡੀਆਂ ਤਾਕਾਂ 'ਚ ਕਹਿੰਦਾ ਫੁੱਲ ਲੱਗੇ ਹੋਏ ਨੇ। ਉਹ ਖੁਦਾ ਦੀ ਤੇ ਮਰਜ਼ੀ ਹੈ ਕਿ ਅਸੀਂ ਇਹਨਾਂ ਲੂੰਬੜੀਆਂ ਨੂੰ ਫੜੀਏ, ਇਹਨਾਂ ਭੇਡਾਂ ਨੂੰ ਜਿਹੜੇ ਭੇੜੀਆਂ ਦੇ ਰੂਪ ਦੇ ਵਿੱਚ ਸਾਡੇ ਘਰਾਂ 'ਚ ਵੜੇ ਫਿਰਦੇ ਨੇ, ਉਹਨਾਂ ਨਾਲ ਗੱਲਾਂ ਬਾਤਾਂ ਕਰੀਏ। ਕਿਉਂਕਿ ਤੀਤਸ ਪਹਿਲਾ ਬਾਬ 10-11 ਚ ਲਿਖਿਆ ਮਿਲਦਾ ਹੈ, ਬਹੁਤ ਸਾਰੇ ਲੋਕ ਸਰਕਸ਼, ਬਹੁਤਾ ਹੋ ਤੇ ਦਗਾਬਾਜ਼। ਆਓ ਅੱਜ ਦਗਾਬਾਜ਼ਾਂ ਨੂੰ ਪਛਾਣੀਏ, ਖਾਸ ਕਰ ਮਖਤੂਨਾਂ ਦੇ ਵਿੱਚੋਂ। ਕਹਿੰਦਾ ਇਹਨਾਂ ਦਾ ਮੂੰਹ ਬੰਦ ਕਰਨਾ ਚਾਹੀਏ, ਲੋਕ ਨਜਾਇਜ਼ ਨਫਾ ਦੀ ਖਾਤਰ, ਨਜਾਇਜ਼ ਨਫਾ ਦੀ ਖਾਤਰ ਨਸ਼ਾਇਸ਼ਤਾ ਗੱਲਾਂ, ਕਲਾਮ ਦੀਆਂ ਗੱਲਾਂ ਨਹੀਂ, ਨਸ਼ਾਇਸ਼ਤਾ ਗੱਲਾਂ ਸਿਖਾ ਸਿਖਾ ਕੇ ਘਰਾਂ ਦੀ ਘਰ ਤਬਾਹ ਕਰੀ ਆਉਂਦੇ ਨੇ। ਦੇ ਬੱਚਿਆਂ ਨੂੰ ਬਪਤਿਸਮੇ ਮੁਜਰਮ ਬਣਾਈ ਆਉਂਦੇ ਨੇ, ਔਰ ਮੇਰੇ ਤੁਹਾਡੀ ਨਜਾਤ ਦਹਿੰਦਾ ਦੀ ਗੱਲ ਨੂੰ ਰੱਦ ਕਰੀ ਆਉਂਦੇ ਨੇ। ਕਿਉਂਕਿ ਇਸ ਤਾਲੀਮ ਦੀ ਵਿੱਚ ਤਾਂ ਕੋਈ ਨਹੀਂ ਬੱਚੇ ਦਾ ਬਪਤਿਸਮਾ ਯਿਸੂ ਮਸੀਹ ਨੇ ਗੋਦ 'ਚ ਲਿਆ ਸੀ, ਬੱਚਿਆਂ ਨੂੰ ਬਰਕਤ ਦਿੱਤੀ ਸੀ। ਜੇਕਰ ਹੁਣ ਉਸਨੇ ਬਪਤਿਸਮੇ ਦਿੱਤੇ ਨੇ ਤੇ ਯਹੋਨਾ 3 ਬਾਬ 22 ਐਤ ਨੂੰ ਪੜ੍ਹੋ। ਜਿਸ ਵੇਲੇ ਯਹੂਦੀਆਂ ਦੇ ਮੁਲਕ ਵਿੱਚ ਗਿਆ ਹੈ, ਸ਼ਾਗਿਰਦ ਨਾਲ ਨੇ, ਔਰ ਉੱਥੇ ਸ਼ਾਲੀਮ ਦੇ ਨਜ਼ਦੀਕ ਅਨੂਨ ਦੇ ਵਿੱਚ ਯਹੋਨਾ ਵੀ ਬਪਤਿਸਮੇ ਦਿੰਦਾ ਹੈ। ਖੁਦਾਵੰਦ ਯਿਸੂ ਮਸੀਹ ਨੇ ਵੀ ਬਪਤਿਸਮੇ ਉੱਥੇ ਦਿੱਤੇ ਨੇ। ਯਹੋਨਾ ਦੇ ਸ਼ਾਗਿਰਦਾਂ ਦੀ ਕਿਸੇ ਯਹੂਦੀ ਦੇ ਨਾਲ ਤਹਾਰਤ ਦੇ ਬਾਬਤ ਬਹਿਸ ਹੋਈ ਤੇ ਫਿਰ ਉਹ ਆਣ ਕੇ ਆਪਣੇ ਉਸਤਾਦ ਨਾਲ ਗੱਲ ਕਰਨ ਲੱਗੇ ਕਿ ਯਾਰ ਰੱਬੀ ਹੈ ਉਸਤਾਦ, ਜਿਸ ਨੂੰ ਤੂੰ ਬਪਤਿਸਮਾ ਦਿੱਤਾ ਉਹਨੇ ਦੇਣੇ ਸ਼ੁਰੂ ਕਰ ਦਿੱਤੇ ਨੇ। ਯਹੋਨਾ ਕਹਿੰਦਾ ਜ਼ਰੂਰ ਵਧੇ ਮੈਂ ਇਕੱਠਾ। ਔਰ ਯਹੋਨਾ ਦੀ ਅੰਜੀਲ 4 ਬਾਬ ਨੂੰ ਪੜ੍ਹੋ, ਲਿਖਿਆ ਫਰੀਸੀਆਂ ਨੂੰ ਪਤਾ ਚੱਲਿਆ ਖੁਦਾਵੰਦ ਯਿਸੂ ਮਸੀਹ ਯਹੋਨਾ ਤੋਂ ਜ਼ਿਆਦਾ ਸ਼ਾਗਿਰਦ ਕਰਦਾ 30 ਬਪਤਿਸਮੇ ਦਿੰਦਾ ਏ। ਗੋ ਯਿਸੂ ਆਪ ਹੀ ਨਹੀਂ, ਉਹਦੇ ਸ਼ਾਗਿਰਦ ਵੀ ਦਿੰਦੇ ਸੀ ਤੇ ਅੱਜ ਵੀ ਦੇ ਰਹੇ ਨੇ। ਪਰ ਕਿਸ ਤਰ੍ਹਾਂ? ਜਿਹੜਾ ਈਮਾਨ ਲਿਆਵੇ ਉਸ ਨੂੰ, ਬਾਈਬਲ ਦੇ ਤਰੀਕੇ ਕਾਰਨ। ਕਿਉਂਕਿ ਖੁਦਾਵੰਦ ਯਿਸੂ ਮਸੀਹ ਨੇ ਮਰਕਸ 16 ਬਾਬ 16 ਚ ਆਖਿਆ ਸੀ, ਜਿਹੜਾ ਈਮਾਨ ਲਿਆਵੇ ਉਹ ਬਪਤਿਸਮਾ ਲਵੇ ਤੇ ਉਹ ਨਜਾਤ ਪਾਓ, ਜਿਹੜਾ ਈਮਾਨ ਨਾ ਲਿਆਵੇ ਉਹ ਮੁਜਰਮ ਠਹਿਰਾਇਆ ਜਾਊ। ਅਬਰਾਨੀਓ 5 ਬਾਬ 13 ਚ ਲਿਖਿਆ, ਦੁੱਧ ਪੀਂਦੇ ਨੂੰ ਰਾਸਤਬਾਜ਼ੀ ਦੇ ਕਲਾਮ ਦਾ ਕੋਈ ਤਜਰਬਾ ਨਹੀਂ। ਉਹ ਖੁਦਾਵੰਦ ਯਿਸੂ ਮਸੀਹ ਨੂੰ ਬੱਚਾ ਨਹੀਂ ਜਾਣਦਾ, ਕਿਉਂਕਿ ਉਹਨੂੰ ਰਾਸਤਬਾਜ਼ੀ ਦੇ ਕਲਾਮ ਦਾ ਤਜਰਬਾ ਹੀ ਨਹੀਂ, ਉਹ ਬੱਚਾ ਹੈ। ਰਸੂਲਾਂ ਦੇ ਅਮਾਲ 2 ਬਾਬ 40 ਤੇ 41 ਐਤ ਨੂੰ ਪੜ੍ਹੋ। ਮੁਕੱਦਸ ਪਤਰਸ ਪਿੱਟ ਕੇ ਲੋਕਾਂ ਨੂੰ ਸਮਝਾਉਣ ਡਿਆ, ਉਹ ਆਪਣੇ ਆਪ ਨੂੰ ਟੇੜੀ ਕੌਮ ਤੋਂ, ਆ ਸੱਪ ਦੀ ਚਾਲ ਚੱਲਣ ਵਾਲਿਆਂ ਤੋਂ ਬਚਾਇਓ। ਇਹੋ ਹੀ ਭੇਡਾਂ ਨੇ ਜਿਹੜੇ ਭੇੜੀਆਂ ਦੇ ਰੂਪ ਵਿੱਚ ਤੁਹਾਡੇ ਵਿੱਚ ਨੇ। ਇਹ ਟੇੜੀ ਕੌਮ ਸੱਪ ਦੀ ਚਾਲ ਚੱਲਦੇ ਨੇ ਤੇ ਲਿਖਿਆ ਹੈ ਇਹਨਾਂ ਤੋਂ ਅਗਾਹ ਕੀਤਾ ਹੈ ਕਿ ਬਚਾਇਓ ਇਹਨਾਂ ਤੋਂ। ਤੇ 41 ਚ ਲਿਖਿਆ ਹੈ, ਮਾਲ 2 ਬਾਬ ਫਿਰ 41 ਚ, ਜਿਨ੍ਹਾਂ ਲੋਕਾਂ ਨੇ ਕਲਾਮ ਨੂੰ ਕਬੂਲ ਕੀਤਾ ਸੀ, ਬਪਤਿਸਮਾ ਤੇ ਉਹਨਾਂ ਲਿਆ ਸੀ। ਗੁਜਰੇ ਦੀ ਮੈਂ ਗੱਲ ਦੱਸਣਾ, ਇੱਕ ਬੀਬੀ ਆਪਣੀ ਦੋਤਰੀ ਨੂੰ ਬਪਤਿਸਮਾ ਦਵਾ ਕੇ ਲਿਆਈ, ਨਾਲ ਹੀ ਧੀ ਵੀ, ਨਾਲ ਹੀ ਜਵਾਈ ਵੀ। ਤੇ ਮੈਨੂੰ ਕਹਿਣ ਲੱਗੀ, ਘਰ ਦੇ ਕੋਲ ਹੀ ਸੀ ਬਿਲਕੁਲ, ਮੈਂ ਲੰਘਣ ਡਿਆ,
ਭਾਈ ਜੀ, ਮੈਂ ਕਿਹਾ ਹਾਂ ਜੀ। ਮੈਂ ਆਪਣੀ ਦੋਤਰੀ ਨੂੰ ਬਪਤਿਸਮਾ ਦਵਾ ਕੇ ਲਿਆਈ। ਮੈਂ ਕਿਹਾ ਬੀਬੀ ਗੱਲ ਸੁਣ, ਤੂੰ ਉਹ ਬੀਬੀ ਹੈ ਜਿਹੜੀ ਨਸਲਾਂ ਮਾਰਨ ਵਾਲੀ, ਅੱਲਾਂ ਅੱਲਾਂ ਖਤਮ ਕਰਨ ਵਾਲੀ, ਦੋਤਰੇ ਪੋਤਰੇ ਮਾਰਨ ਵਾਲੀ ਤੂੰ ਮਾਈ ਨਹੀਂ ਹੈ। ਜਵਾਈ ਨੂੰ ਵੀ ਬੜਾ ਗੁੱਸਾ, ਧੀ ਨੂੰ ਵੀ ਬੜਾ ਗੁੱਸਾ, ਤੇ ਆਪ ਵੀ ਮਾਈ ਕਹਿਣ ਲੱਗੀ ਭਾਈ ਜੀ ਇਹ ਕਿਹੋ ਜੀ ਗੱਲ ਕੀਤੀ। ਮੈਂ ਕਿਹਾ ਬਾਈਬਲ ਨੂੰ ਮੰਨਦੇ ਹੋ? ਹਾਂਜੀ ਹਾਂਜੀ, ਕਿਉਂ ਨਹੀਂ ਮੰਨਦੇ। ਜਵਾਈ ਵੀ ਕਹਿਣ ਲੱਗਾ, ਧੀ ਵੀ ਕਹਿਣ ਲੱਗੀ, ਉਹ ਬੀਬੀ ਵੀ। ਮੈਂ ਕਿਹਾ ਘਰੋਂ ਲਿਆ ਸਕਦੇ ਹੋ? ਹਾਂਜੀ ਹਾਂਜੀ, ਲਿਆਉਣੇ ਹੁਣੇ ਲਿਆਉਣੇ। ਮੈਂ ਕਿਹਾ ਮਰਕਸ 16 ਬਾਪ 16 ਐਤ ਕੱਢ ਜ਼ਰਾ। ਤੇ ਜਿਸ ਲਈ ਉਸਨੇ ਪੜ੍ਹਨਾ ਸ਼ੁਰੂ ਕੀਤਾ, ਪੜ੍ਹੇ ਲਿਖੇ ਨੌਜਵਾਨ ਸੀ, ਕੁੜੀ ਵੀ ਪੜ੍ਹੀ ਲਿਖੀ ਸੀ। ਮੈਂ ਕਿਹਾ ਇਹਨਾਂ ਗੱਲਾਂ ਤੇ ਯਕੀਨ ਹੀ, ਇਤਮਾਦ ਹੀ। ਹਾਂਜੀ ਹਾਂਜੀ ਹਾਂਜੀ। ਤੇ ਮੈਂ ਕਿਹਾ ਪੜ੍ਹ ਫਿਰ। ਯਿਸੂ ਮਸੀਹ ਮੈਂ ਨਜਾਤ ਦਿੰਦਾ। ਹਾਂਜੀ। ਤੇ ਮੈਂ ਪੜ੍ਹ। ਉੱਥੇ ਲਿਖਿਆ ਮਿਲਦਾ ਜਿਹੜਾ ਈਮਾਨ ਲਿਆਵੇ ਉਹ ਬਪਤਿਸਮਾ ਲਵੇ ਤੇ ਉਹ ਨਜਾਤ ਪਾਵੇਗਾ, ਤੇ ਜਿਹੜਾ ਈਮਾਨ ਨਾ ਲਿਆਵੇ ਉਹ ਮੁਜਰਮ ਠਹਿਰਾਇਆ ਜਾਵੇਗਾ। ਮੈਂ ਕਿਹਾ ਜਿਹਨੂੰ ਬਪਤਿਸਮਾ ਦਵਾ ਕੇ ਲਿਆਏ ਹੋ, ਹੁਣ ਤੁਸੀਂ ਕਲਾਮ ਨੂੰ ਪੜ੍ਹਿਆ ਏ, ਖੁਦਾਵੰਦ ਯਿਸੂ ਮਸੀਹ ਸੱਚਾ ਏ, ਜਾਂ ਉਹ ਲੋਕ ਸੱਚੇ ਨੇ ਜਿਨ੍ਹਾਂ ਨੇ ਇਹਨੂੰ ਬਪਤਿਸਮਾ ਦਿੱਤਾ ਏ। ਕਿਆ ਇਹ ਈਮਾਨ ਲਿਆਇਆ ਸੀ ਯਿਸੂ ਮਸੀਹ ਤੇ ਕਿ ਮੇਰਾ ਉਹ ਨਜਾਤ ਦੇਂਦਾ, ਉਹ ਖੁਦਾ ਦਾ ਪੁੱਤਰ? ਨਹੀਂ ਪਾਰੀ ਸਾਹਿਬ। ਤੇ ਮੈਂ ਕਿਹਾ ਫਿਰ ਇਹ ਈਮਾਨ ਤੇ ਲਿਆਏ ਨਹੀਂ, ਤੇ ਲਿਖਿਆ ਜਿਹੜਾ ਈਮਾਨ ਨਾ ਲਿਆਵੇ ਉਹ ਮੁਜਰਮ ਠਹਿਰਾਇਆ ਜੀ। ਇਹਨੂੰ ਕੀ ਬਣਾ ਕੇ ਆਏ ਹੋ ਤੁਸੀਂ? ਬਾਈਬਲ ਤੁਹਾਡੇ ਹੱਥ ਵਿੱਚ ਪੜ੍ਹਿਆ ਏ, ਕੀ ਬਣਾਇਆ ਈ ਪਾਰੀ ਸਾਹਿਬ? ਅਸੀਂ ਤਾਂ ਆਪਣੇ ਬੱਚੇ ਨੂੰ ਮੁਜਰਮ ਬਣਾ ਲਿਆ। ਮੈਂ ਕਿਹਾ ਅਦਾਲਤ ਤੇ ਲਿਖਿਆ ਏ, ਰਸੂਲਾਂ ਦਾ ਅਕੀਦਾ ਏ, ਈਮਾਨ ਏ ਕਿ ਉਹ ਪੈਦਾ ਹੋਇਆ ਸੀ, ਉਹਨੇ ਦੁੱਖ ਸਹਿਆ ਸੀ, ਉਹ ਮਸਲੂਬ ਕੀਤਾ ਗਿਆ ਸੀ, ਉਹ ਅਸਮਾਨ ਤੇ ਚਲਾ ਗਿਆ। ਹੁਣ ਉਹ ਮੋਹਿਆਂ ਤੇ ਜੀਂਦਿਆਂ ਦਾ ਲੇਖਾ ਯਾਨੀ ਅਦਾਲਤ ਕਰਨ ਲਈ ਆਵੇਗਾ। ਜੀ ਏਦਾਂ ਹੀ ਇਸੇ ਅਕੀਦੇ ਤੇ ਅਸੀਂ ਚੱਲਦੇ ਹਾਂ, ਕਾਇਮ ਹੈ। ਜ਼ਬੂਰ 109 ਮੈਂ ਕਿਹਾ 7 ਐਤ ਪੜ੍ਹੋ। ਤੇ ਜਿਸ ਵੇਲੇ ਉਹਨਾਂ ਨੇ ਪੜ੍ਹੀ ਤੇ ਲਿਖਿਆ ਮਿਲਦਾ ਜਦੋਂ ਦੀ ਅਦਾਲਤ ਹੋਏਗੀ ਉਹ ਲੇਖਾ ਕਰਨ ਲਈ ਆਵੇਗਾ, ਤੇ ਜਿਹੜਾ ਮੁਜਰਮ ਹੈ ਉਹਨੇ ਮੁਜਰਮ ਰਹਿਣਾ ਹੈ, ਉਸ ਦੀ ਦੁਆ ਵੀ ਗੁਨਾਹ ਗਿਣੀ ਜਾਵੇਗੀ। ਇਹ ਬੱਚਾ ਜਵਾਨ ਹੋ ਜੂ, ਬੁੱਢਾ ਹੋ ਜੂ, ਦੁਆਵਾਂ ਕਰੇਗਾ। ਜਿਸ ਨੂੰ ਮੁਜਰਮ ਬਣਾਇਆ ਇਹਨੇ ਕੀ ਰਹਿਣਾ ਹੈ? ਭਾਰੀ ਸਾਹਿਬ ਇਹਨੇ ਤਾਂ ਮੁਜਰਮ ਹੀ ਰਹਿਣਾ, ਔਰ ਇਹਦੀ ਦੁਆ ਵੀ ਗੁਨਾਹ ਗਿਣੀ ਜਾਏਗੀ। ਬਾਈਬਲ ਨੇ ਕਹਿਤਾ, ਸਾਫ਼ ਤੌਰ ਤੇ ਕਹਿਤਾ। ਤੇ ਮੈਂ ਕਿਹਾ ਗੁਨਾਹ ਦੀ ਮਜ਼ਦੂਰੀ ਕੀ ਹੈ? ਮੌਤ। ਤੇ ਇਹੋ ਹੀ ਗੱਲ ਮੈਂ ਕਹੀ ਵੀ ਪੋਤਰਿਆਂ ਨੂੰ ਤੇ ਬਪਤਿਸਮੇ ਦਵਾਏ ਸੀ, ਮੁਜਰਮ ਬਣਾਇਆ ਸੀ, ਮਾਰ ਦਿੱਤਾ ਸੀ। ਹੁਣ ਦੋਤਰਾ ਵੀ ਮੁਜਰਮ ਬਣਾ ਲਿਆ ਹੈ। ਉਹਨਾਂ ਦੋਨਾਂ ਖਾਨਦਾਨਾਂ ਦੇ ਸਮਝ ਦੇ ਵਿੱਚ ਫਿਰ ਗੱਲ ਆ ਗਈ, ਔਰ ਦੋਨਾਂ ਖਾਨਦਾਨਾਂ ਨੇ ਹਕੀਕਤ ਨੂੰ ਕਬੂਲ ਕੀਤਾ ਕਿ ਬਾਈਬਲ ਦੀ ਗੱਲ, ਮੇਰੇ ਨਜਾਤ ਦਹਿੰਦਾ ਦੀ ਗੱਲ ਕਾਇਮ ਹੈ। ਸੋ ਭਲਿਓ, ਪਹਿਲਾ ਤਿਮੋਥੀ 4 ਬਾਬ 16 ਚ ਲਿਖਿਆ, ਬੰਦਿਆ ਤੂੰ ਆਪਣੀ ਤਾਲੀਮ, ਤੂੰ ਕੌਣ ਹੈ, ਤੇਰੀ ਤਾਲੀਮ ਕਿਹੜੀ? ਤੇ ਫਿਰ ਲਿਖਿਆ ਉਸ ਦੇ ਉੱਤੇ ਕਾਇਮ ਰਹਿ, ਜਿਹੜੀ ਤੇਰੀ ਤਾਲੀਮ ਹੈ ਉਸ ਦੇ ਉੱਤੇ ਕਾਇਮ ਰਹਿ। ਤੇ ਜਦੋਂ ਤੂੰ ਕਾਇਮ ਰਵੇਂਗਾ ਤੇ ਫਿਰ ਤੂੰ ਆਪਣੀ ਨਹੀਂ ਤੇ ਆਪਣੇ ਸੁਣਨ ਵਾਲਿਆਂ ਦੀ, ਜਿਨ੍ਹਾਂ ਨੂੰ ਅੱਗੇ ਤੂੰ ਸੁਣਾ ਲੇਗਾ ਹੱਕ ਦੀ ਗੱਲ। ਕਿਉਂਕਿ ਜ਼ਬੂਰ 119 ਦੀ 43 ਚ ਲਿਖਿਆ, ਹੱਕ ਗੱਲ ਨੂੰ ਮੇਰੇ ਮੂੰਹ ਤੋਂ ਜਤਾ ਨਾ ਹੋਣ ਦੇ। ਹੱਕ ਗੱਲ ਨੂੰ ਮੇਰੇ ਮੂੰਹ ਤੋਂ ਜਤਾ ਨਾ ਹੋਣ ਦੇ। ਮੇਰਾ ਅਤਮਾਦ, ਫਿਰ ਲਿਖਿਆ, ਮੇਰਾ ਅਤਮਾਦ ਤੇਰੇ ਕਲਾਮ ਦੇ ਉੱਤੇ ਵਾ। ਸੋ
ਹੱਕ ਗੱਲ ਕਹਿਣੀ, ਹੱਕ ਗੱਲ ਨੂੰ ਮੇਰੇ ਮੂੰਹ ਤੋਂ ਲਿਖਿਆ ਜੁਦਾ ਨਾ ਹੋਣ ਦੇ। ਸੋ ਆਪਣੇ ਮੂੰਹ ਨੂੰ ਹੱਕ ਲਈ ਖੋਲੀਏ। ਅੰਸਾਲ ਦੀ ਕਿਤਾਬ 10 ਬਾਬ 21 ਚ ਲਿਖਿਆ, ਸਾਦਕ ਦੀ ਹੋਂਠ ਬਹੁਤਿਆਂ ਨੂੰ ਗੁੱਸਾ ਪਹੁੰਚਾਉਂਦੀ ਨੇ। ਪਹਿਲਾ ਤਿਮੋਥੀ 4 ਬਾਬ 16 ਚ ਲਿਖਿਆ, ਤੂੰ ਆਪਣੀ ਤਲੀਮ ਦੀ ਖਬਰਗੀਰੀ ਕਰ ਤੇ ਉਸੇ ਤਲੀਮ ਉੱਤੇ ਜਿਹੜੀ ਤੇਰੀ ਤਲੀਮ ਹੈ ਉਸੇ ਤੇ ਕਾਇਮ ਰਹਿ। ਫਿਰ ਤੂੰ ਆਪਣੀ ਵੀ ਤੇ ਆਪਣੇ ਸੁਣਨ ਵਾਲਿਆਂ ਦੀ ਨਜਾਤ ਦਾ, ਇਹ ਤੇਰਾ ਖੁਦਾਵੰਦ ਯਿਸੂ ਮਸੀਹ ਤੇਰਾ ਨਜਾਤ ਦਹਿੰਦਾ, ਤੂੰ ਆਪਣੇ ਖਾਨਦਾਨ ਨੂੰ ਨਜਾਤ ਦਵਾਵੇਂਗਾ, ਤੂੰ ਲੋਕਾਂ ਨੂੰ ਨਜਾਤ ਦਵਾਵੇਂਗਾ, ਤੂੰ ਦੁਨੀਆ ਦੇ ਵਿੱਚ ਨੂਰ ਬਣੇਗਾ। ਕਿਉਂਕਿ ਯਹੋਨਾ ਦੀ ਅੰਚੀ 12 ਬਾਬ 46 ਐਤ ਨੂੰ ਪੜੋ ਤਾਂ ਕਹਿੰਦਾ, ਮੈਂ ਨੂਰ ਹੋ ਕੇ ਦੁਨੀਆ ਦੇ ਵਿੱਚ ਆਇਆ। ਪਰ ਇਹਦੇ ਲਈ ਯਸਾਇਆ 48 ਬਾਬ 4 ਐਤ ਨੂੰ ਪੜੋ, ਜ਼ਿੱਦ ਛੱਡਣੀ ਪਏਗੀ। ਤੇ ਜਦੋਂ ਜ਼ਿੱਦ ਛੱਡ ਦਿਆਂਗੇ ਤੇ ਫਿਰ ਇਮਾਲ 13 ਬਾਬ 47 ਐਤ ਨੂੰ ਪੜੋ, ਪੌਲੁਸ ਰਸੂਲ ਕਹਿੰਦਾ ਹੈ, ਉਸ ਨੇ ਸਾਨੂੰ ਦੁਨੀਆ ਦੇ ਵਿੱਚ ਨੂਰ ਮੁਕਰਰ ਕਰ ਦਿੱਤਾ ਹੈ। ਉਸਨੇ ਸਾਨੂੰ, ਉਹ ਨੂਰ ਹੋ ਕੇ ਦੁਨੀਆ ਚ ਆਇਆ, ਉਸਨੇ ਦੁਨੀਆ ਵਿੱਚ ਤੁਹਾਨੂੰ ਨੂਰ ਮੁਕਰਰ ਕਰ ਦਿੱਤਾ ਹੈ, ਤਾਂ ਕਿ ਤੁਹਾਡੇ ਵਸੀਲੇ, ਤੁਸੀਂ ਦੁਨੀਆ ਨੂੰ ਬਚਾਉਣ ਦਾ ਵਸੀਲਾ ਬਣ ਸਕਦੇ, ਤਾਂ ਕਿ ਤੁਹਾਡੇ ਵਸੀਲੇ ਨਜਾਤ ਦੁਨੀਆ ਦੇ ਕਿਨਾਰਿਆਂ ਤੱਕ ਪਹੁੰਚੇ। ਆਓ ਅੱਜ ਵੇਲਾ ਹੈ, ਅਯੂਬ ਦੀ ਕਿਤਾਬ 14 ਬਾਬ ਨੂੰ ਪੜੋ। ਥੋੜੇ ਦਿਨਾਂ ਦੀ ਹੈ, ਬਹੁਤੀ ਦਿਨਾਂ ਦੀ ਨਹੀਂ, ਥੋੜੇ ਦਿਨਾਂ ਦੀ। ਨਾ ਥੋੜੇ ਦਿਨਾਂ ਦੇ ਵਿੱਚ ਭੱਜ ਦੌੜ ਕਰਨੀ ਹੈ, ਨੂਰ ਬਣਨਾ ਹੈ, ਦੁਨੀਆ ਨੂੰ ਬਚਾਉਣ ਦਾ ਵਸੀਲਾ ਬਣਨਾ ਹੈ। ਮੈਂ ਤੁਹਾਡੀ ਲਈ ਦੁਆ ਕਰਾਂਗਾ ਕਿ ਖੁਦਾ ਤੈਨੂੰ ਖਬਰਦਾਰ ਕਰੇ, ਤੁਸੀਂ ਹੁਸ਼ਿਆਰ ਹੋ ਜਾਓ, ਬੇਦਾਰ ਹੋ ਜਾਓ, ਆਪ ਬਚੋ, ਆਪਣੀਆਂ ਨਸਲਾਂ ਨੂੰ ਬਚਾਓ, ਲੋਕਾਂ ਨੂੰ ਬਚਾਓ। ਕਿਉਂਕਿ ਇਮਾਲ ਦੀ ਕਿਤਾਬ 20 ਬਾਬ 28 ਚ ਲਿਖਿਆ, ਤੂੰ ਬੰਦੇ ਆਪਣੀ ਤੇ ਆਪਣੇ ਗੱਲੇ ਦੀ ਖਬਰਗੀਰੀ, ਸਾਨੂੰ ਖਬਰਗੀਰੀ ਕਰਨੀ ਹੈ, ਸਾਨੂੰ ਖਾਨਦਾਨ ਬਚਾਉਣੇ ਆ, ਮਰਵਾਉਣੇ ਨਹੀਂ। ਇਹਨਾਂ ਭੇੜੀਆਂ ਕੋ ਜਿਨ੍ਹਾਂ ਦੇ ਬਾਰੇ ਖੁਦਾਵੰਦ ਯਿਸੂ ਮਸੀਹ ਖਬਰਦਾਰ ਕਰਦਾ ਹੈ ਕਿ ਇਹ ਭੇਡਾਂ ਦੇ ਰੂਪ ਵਿੱਚ ਭੇੜੀਏ ਹੁੰਦੇ ਨੇ। ਪਰ ਉਸ ਰਸੂਲ ਵੀ ਕਹਿੰਦਾ ਹੈ, ਤੂੰ ਆਪਣੀ ਤੇ ਆਪਣੇ ਗੱਲੇ ਦੀ ਹਿਫਾਜ਼ਤ ਤੂੰ ਕਰਨੀ ਹੈ। ਤੂੰ ਰੂਲ ਕੁਦਸ ਨੇ ਤੈਨੂੰ, ਜ਼ਰਾ ਹੋਸ਼ ਕਰੀਏ, ਖੁਦਾ ਨੇ ਕਲਾਮ ਚ ਲਿਖਿਆ ਮਿਲਦਾ, ਰੂਲ ਕੁਦਸ ਨੇ ਤੈਨੂੰ ਨਿਗਹਿਬਾਨ ਠਹਿਰਾਇਆ, ਯਾਨੀ ਖੁਦਾ ਦੀ ਕਲੀਸਿਆ। ਕਹਿੰਦਾ ਇਹਨੂੰ ਖੂਨ ਦੇ ਨਾਲ ਮੁੱਲ ਲਿਆਈ। ਰਸੂਲ ਕਹਿੰਦਾ, ਮੇਰੀ ਜਾਨ ਤੋਂ ਬਾਅਦ ਫਾੜਨ ਵਾਲੇ ਭੇੜੀਆਂ ਨੇ ਤੁਹਾਡੇ ਚ ਆ ਜਾਣਾ, ਜਿਨ੍ਹਾਂ ਨੂੰ ਗੱਲੇ ਉੱਤੇ ਕੋਈ ਤਰਸ ਕੋਈ ਨਹੀਂ ਹੋਣਾ। ਇਹ ਗੱਲੇ ਨੂੰ ਤਬਾਹ ਕਰਨ ਵਾਲੇ, ਮਾਰਨ ਵਾਲੇ ਆ, ਜਿਨ੍ਹਾਂ ਨੂੰ ਗੱਲੇ ਉੱਤੇ ਕੋਈ ਤਰਸ ਨਹੀਂ ਹੋਣਾ। ਖੁਦ ਤੁਹਾਡੇ ਵਿੱਚੋਂ ਲੋਕ ਉੱਠਣੇ ਨੇ। ਇਹ ਭੇੜੀਆਂ ਦੇ ਬਾਰੇ ਲਿਖਿਆ, ਤੁਹਾਡੇ ਵਿੱਚੋਂ ਲੋਕ ਉੱਠਣੇ ਨੇ ਜਿਹੜੇ ਭੇੜੀਏ ਨੇ, ਤਾਂ ਕਿ ਸ਼ਾਗਿਰਦਾਂ ਨੂੰ ਆਪਣੀ ਤਰਫ, ਖੁਦਾ ਵਾਲੀ ਤਰਫ ਨਾ ਜਾਣ, ਆਪਣੀ ਤਰਫ ਖਿੱਚਣਗੇ ਤੇ ਉਲਟੀਆਂ ਗੱਲਾਂ ਕਰਨਗੇ। ਇਹਨਾਂ ਉਲਟੀਆਂ ਗੱਲਾਂ ਨੂੰ ਯਸਾਇਆ 28 ਬਾਬ 8 ਤੋਂ ਪੜੋ। ਖੁਦਾ ਕਹਿ ਤੇ ਗੰਦਗੀ ਕਹਿੰਦਾ, ਕਹਿ ਤੇ ਗੰਦਗੀ, ਇਹਨਾਂ ਉਲਟੀਆਂ ਗੱਲਾਂ ਨੂੰ ਜਿਹੜੀ ਅਸੀਂ ਖਾਣ ਡਏ। ਲਿਖਿਆ, ਸਾਦਕ ਤੇ ਹੋਂਠ ਬਹੁਤਿਆਂ ਨੂੰ ਗਜ਼ਾ ਪਹੁੰਚਾਉਂਦੇ ਨੇ। ਇੱਕ ਬੰਨੇ ਗਜ਼ਾ ਹੈ, ਕਲਾਮ ਹੈ, ਦੂਸਰੇ ਬੰਨੇ ਗੰਦਗੀ ਹੈ, ਘਰ ਤਬਾਹ ਹੋਣ ਡਏ ਨੇ। ਇਸਤੀਸ਼ਨਾ 32 ਬਾਬ 29 ਚ ਲਿਖਿਆ, ਕਾਸ਼ ਅਕਲਮੰਦ ਹੁੰਦੇ
ਤੇ ਸਮਝ ਜਾਂਦੇ, ਆਪਣੀ ਆਕਬਤ ਉੱਤੇ ਗੌਰ ਕਰਦੇ ਕਿ ਆਖਰਤ ਨੂੰ ਕੀ ਬਣੇਗਾ। ਕਿਉਂਕਿ ਜ਼ਬੂਰ 50:22 'ਚ ਲਿਖਿਆ, ਖੁਦਾ ਨੂੰ ਭੁੱਲਣ ਵਾਲਿਓ ਸੋਚ ਲਿਓ। ਖੁਦਾ ਕਹਿੰਦਾ ਫਿਰ ਮੈਂ ਤੁਹਾਨੂੰ ਫਾੜ ਡਾਲਾਂਗਾ ਤੇ ਕੋਈ ਛਡਾਉਣ ਵਾਲਾ ਕੋਈ ਨਹੀਂ ਹੋਣਾ। ਇਹ ਝੂਠੀਆਂ ਤਨਜ਼ੀਮਾਂ ਨੇ ਸਾਨੂੰ ਛਡਾਉਣਾ ਕੋਈ ਨਹੀਂ। ਬਲਕਿ ਮਤੀ 23:15 'ਚ ਲਿਖਿਆ, ਆਪਣੇ ਤੋਂ ਪਹਿਲਾਂ ਸਾਨੂੰ ਧੱਕਾ ਦੇਣਗੇ, ਆਪਣੇ ਤੋਂ ਦੁੱਗਣਾ ਜਹੰਨਮ ਦਾ ਫਰਜ਼ੰਦ ਬਣਾਉਣਗੇ। ਚਲੋ ਵੀ ਚਲੋ, ਤੁਸੀਂ ਆਪੇ ਹੀ ਮਗਰ ਲੱਗੇ, ਤੁਹਾਡੇ ਕਲਾਮ ਕੋਈ ਨਹੀਂ ਕਰ। ਆਓ ਇਸ ਨਬੂਵਤ ਦੀ ਕਿਤਾਬ ਨੂੰ, ਕਿਉਂਕਿ ਮਕਾਸ਼ ਪਹਿਲਾ ਬਾਬ 3 'ਚ ਲਿਖਿਆ, ਇਸ ਨਬੂਵਤ ਦੀ ਕਿਤਾਬ ਨੂੰ ਪੜ੍ਹਿਓ, ਇਸ ਨੂੰ ਸੁਣਿਓ। ਜੋ ਕੁਝ ਇਹਦੇ ਵਿੱਚ ਲਿਖਿਆ ਉੱਤੇ ਅਮਲ ਕਰੇ, ਤੁਸੀਂ ਮੁਬਾਰਕ ਹੋ ਜਾਓਗੇ। ਖੁਦਾ ਤੇ ਚਾਹੁੰਦਾ ਕਿ ਅਸੀਂ ਮੁਬਾਰਕ ਹੋ ਜਾਈਏ, ਪਰ ਉਦੋਂ ਹੋਵਾਂਗੇ ਜਿਸ ਵੇਲੇ ਕਲਾਮ ਦੀ ਗੱਲ ਨੂੰ ਮੰਨਾਂਗੇ, ਆਪਣੇ ਸਿਰਾਂ ਨੂੰ ਝੁਕਾਵਾਂਗੇ। ਖੁਦਾਵੰਦ ਤੇਰਾ ਖਾਦਮ ਹੁੰਦਿਆਂ ਜਿਹੜਾ ਕਲਾਮ ਤੂੰ ਮੈਨੂੰ ਦਿੱਤਾ, ਉਸ ਕਲਾਮ ਨੂੰ ਪੂਰੀ ਦਿਆਨਦਾਰੀ ਨਾਲ ਮੈਂ ਤੇਰੇ ਬੱਚਿਆਂ ਤੱਕ, ਤੇਰੇ ਲੋਕਾਂ ਤੱਕ ਪਹੁੰਚਾਇਆ ਹੈ। ਬੰਦ ਜ਼ੇਨਾਂ ਨੂੰ ਖੋਲ੍ਹਣਾ ਤੇਰਾ ਕੰਮ ਹੈ। ਜਦੋਂ ਜ਼ੇਨ ਖੁੱਲ੍ਹਦੇ ਨੇ, ਲੋਕ ਕਿਤਾਬੇ ਮੁਕੱਦਸ ਦੀਆਂ ਗੱਲਾਂ ਨੂੰ ਸਮਝਦੇ ਨੇ। ਜਿਹੜੇ ਸਮਝ ਜਾਂਦੇ ਨੇ ਉਹ ਫਿਰ ਦੂਸਰਿਆਂ ਨੂੰ ਦੱਸਣਾ ਸ਼ੁਰੂ ਕਰ ਦਿੰਦੇ ਨੇ, ਆਪ ਬਚਦੇ ਨੇ, ਲੋਕਾਂ ਨੂੰ ਬਚਾਉਂਦੇ ਨੇ, ਆਪਣੇ ਖਾਨਦਾਨਾਂ ਨੂੰ ਬਚਾਉਂਦੇ ਨੇ, ਹੱਕ ਦੀ ਬੋਲੀ ਬੋਲਦੇ ਨੇ, ਅੰਚੀਲੀ ਮਨਾਦ ਬਣਦੇ ਨੇ, ਇਬਾਦਤ ਕਰਦੇ ਨੇ ਤੇ ਖੁਦਾਵੰਦ ਸਿਰਫ ਤੇਰੀ ਕਰਦੇ ਨੇ। ਔਰ ਜਿਹੜੇ ਤੇਰੀ ਇਬਾਦਤ ਕਰਦੇ ਨੇ, ਝੂਠੀਆਂ ਤਨਜ਼ੀਮਾਂ ਦੀ ਨਹੀਂ ਕਰਦੇ। ਉਹਨਾਂ ਦੀ ਰੋਟੀ ਪਾਣੀ ਤੇ ਬਰਕਤ ਆਉਂਦੀ, ਬਿਮਾਰੀਆਂ ਉਹਨਾਂ ਦੇ ਘਰਾਂ ਚੋਂ ਭੱਜਦੀਆਂ, ਬਿਮਾਰ ਲੋਕ ਚੰਗਿਆਈ ਪਾਉਣ, ਬਦਰੂ ਗ੍ਰਿਫਤਾਰ ਲੋਕ ਆਜ਼ਾਦੀ ਪਾਉਣ, ਤੇ ਬਦਰੂਆਂ ਤੋਂ ਵਿਗੜੀਆਂ ਝੂਠੀਆਂ ਤਨਜ਼ੀਮਾਂ ਬਦਰੂਆਂ ਤੋਂ ਵਿਗੜੀਆਂ ਹੋਈਆਂ ਯਸੂ ਨਾਂ ਤੋਂ ਇਹਨਾਂ ਦੇ ਹੱਥੋਂ ਭੇਡਾਂ ਆਜ਼ਾਦ ਹੋਣ ਤੇ ਭੇਡਾਂ ਅੰਜੀਲੀ ਮਨਾਦ ਬਣਨ, ਹੱਕ ਦੀ ਬੋਲੀ ਬੋਲਣ, ਆਪ ਬਚਣ, ਆਪਣੇ ਖਾਨਦਾਨ ਬਚਾਉਣ, ਲੋਕਾਂ ਨੂੰ ਬਚਾਉਣ। ਇਹ ਸਭ ਕੁਝ ਮੰਗਣਾ ਯਸੂ ਦੇ ਅਜ਼ੀਮ ਤੇ ਜਲਾਲੀ ਨਾਂ ਦਾ ਵਾਸਤਾ ਦੇ ਕੇ, ਆਮੀਨ। ਸੋ ਭਲਿਓ, ਕਲਾਮ ਬੀਜ ਮੀਡੀਆ ਦਾ ਦੌਰ ਹੈ ਤੇ ਯੂੰ ਹੀ ਕੋਈ ਕਲਾਮ ਨੂੰ ਸ਼ੇਅਰ ਕਰਦਾ ਹੈ, ਕਲਾਮ ਦੇ ਬੀਜ ਦਾ ਛੱਟਾ ਪੂਰੀ ਦੁਨੀਆ ਦੇ ਵਿੱਚ ਦੇ ਦਿੰਦਾ ਹੈ। ਤੇ ਆਓ ਫਿਰ ਕਲਾਮ ਨੂੰ ਸ਼ੇਅਰ ਕਰ ਦਈਏ ਤਾਂ ਕਿ ਪੂਰੀ ਦੁਨੀਆ ਤੱਕ ਕਲਾਮ ਚਲਾ ਜਾਏ। ਆਪਣੇ ਹੱਥ ਨੂੰ ਵਧਾਈਏ। ਇਹ ਕੋਈ ਛੋਟੀ ਜਿਹੀ ਗੱਲ ਨਹੀਂ। ਸਾਡੀ ਸ਼ੇਅਰ ਕਰਨ ਨਾਲ ਕਲਾਮ ਪੂਰੀ ਦੁਨੀਆ ਤੇ ਚਲਾ ਜਾਂਦਾ ਹੈ। ਇਸੇ ਤਰ੍ਹਾਂ YouTube ਤੇ ਮੇਰਾ ਚੈਨਲ ਹੈ। ਮੇਰੇ ਚੈਨਲ ਦਾ ਨਾਂ ਹੈ ਰੱਬ ਦੀਆਂ ਗੱਲਾਂ। ਮੈਂ ਯੂਰਪ ਦੇ ਵਿੱਚ, ਲੇਕਿਨ ਮੈਂ ਪਾਕਿਸਤਾਨ ਪੰਜਾਬ ਦਾ ਹਾਂ ਔਰ ਮੇਰਾ ਚੈਨਲ ਵੀ ਪੰਜਾਬੀ ਹੈ। ਅਗਰ ਕਲਾਮ ਦੀਆਂ ਗੱਲਾਂ ਚੰਗੀਆਂ ਲੱਗੀਆਂ, ਲਾਈਕ ਕਰਿਓ, ਬੈਲ ਦਾ ਬਟਨ ਦਬਾਇਓ ਤਾਂ ਕਿ बर वक्त ਫਿਰ ਖੁਦਾ ਦਾ ਕਲਾਮ ਤੁਹਾਡੇ ਕੋਲ ਪਹੁੰਚਦਾ ਰਹੇਗਾ। ਕਿਉਂਕਿ ਸੋਨੇ ਨਾਲੋਂ ਮਹਿੰਗਾ ਤੇ ਸ਼ਹਿਦ ਨਾਲੋਂ ਮਿੱਠਾ ਹੈ, ਤੁਹਾਡੇ ਕੋਲ ਪਹੁੰਚਦਾ ਰਹੇਗਾ। ਤੇ ਕੋਸ਼ਿਸ਼ ਕਰਿਓ ਆਪਣੇ ਸੱਜਣਾ ਮਿੱਤਰਾਂ ਦੇ ਨਾਲ ਵੀ ਇਸ ਚੈਨਲ ਨੂੰ ਸਾਂਝਾ ਕਰਿਓ। ਖੁਦਾ ਤੁਹਾਨੂੰ ਬਰਕਤ ਦੇਵੇ।